ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਮਕੌਰ ਦੀ ਗੜੀ ਜਿੱਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵੱਡੇ ਸਪੁੱਤਰਾਂ ਨੂੰ ਖੁਦ ਹੱਥੀਂ ਤੋੜ ਕੇ ਸ਼ਹੀਦ ਕਰਵਾਇਆ। ਇਸ ਗੜੀ ਦੇ ਬਾਰੇ जोगी अल्लाह यार खां ने बहुत सुंदर लिखा है। बस एक हिंद में तीर्थ है यात्रा के लिए, कटाए बाप ने बेटे जहां खुदा के लिए। साहिबजादियां दी शहीदी तो बाद भी लड़ाई रुकी नहीं, बैरी दे दल अगे वधदे ही आए। उन्हां विच वाधा हुंदा गया, दूसरे पासे सिंह शहीद हुंदे गए ते उन्हां दी गिणती बहुत घट रह गई। वो सिर्फ 8 रह गए ते 9वें सतगुरु जी आप सतगुरु मोर्चे विच बैठे तीर छड्डी जांदे सन। उन्हां पास मसां 100 कुछ तीर बाकी रह गए सन। सतगुरु समेत 9 सिंह पर बैरी लखां तो उपर। ऐसी हालत में जंग लड़नी असंभव सी। उधरों उत्तों रात पै गई। रात भी महा भयानक काली, जिस कोलों हर एक नूं डर आउंदा सी। इस समय नूं अनुभव करके सिंघां ने इकट्ठ कीता। उस इकट्ठ विच गुरमता सोधिया गया कि सतगुरां नूं चमकौर गढ़ी छड्ड के अगे निकल जाना चाहिदा है। हुण दुश्मन कोलों बचना औखा है। बैरी दे दलां दी गिणती सावण दीआं घटावां वांग छा रही। 8-9 प्राणी किन्ना को चिर युद्ध कर सकते हैं। जे सतगुरु जी अमर रहे तो साडे जहे होर सिंह साध लैणगे। इउं विचारां करके सारे सिंह गुरु जी पास आण पुजे। समा बड़ा भयानक सी, लड़ाई हो रही सी। उस समय दुश्मनां दे दल अगे वध रहे सन। फिर भी भाई संत सिंह जी ने दोवें हथ जोड़ के अर्ज कीती, महाराज असां सारियां दी सलाह है कि आप इस कच्ची गड़ी विचों चले जाओ। दुश्मन दा जोर वध गया है, हुण कोई सूरत नहीं रही जो असीं बच सकीए। ਅਸੀਂ ਮੋਰਚੇ ਕਾਇਮ ਰੱਖਦੇ ਹਾਂ, ਤੁਸੀਂ ਰਾਤ ਦੇ ਹਨੇਰੇ ਵਿੱਚ ਨਿਕਲ ਜਾਓ। ਸਿੰਘਾਂ ਦੇ ਬਚਨ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ਸਿੰਘੋ ਤੁਸਾਂ ਨੂੰ ਇਸ ਹਾਲਤ ਵਿੱਚ ਛੱਡ ਕੇ ਗੋਬਿੰਦ ਸਿੰਘ ਨਹੀਂ ਜਾ ਸਕਦਾ, ਤੁਸਾਂ ਦੇ ਨਾਲ ਹੀ ਸ਼ਹੀਦ ਹੋਵੇਗਾ। ਆਓ ਦੇਖੋ ਬੈਰੀ ਅੱਗੇ ਵੱਧ ਰਿਹਾ ਹੈ, ਉਸ ਦੇ ਰੋਕਣ ਦਾ ਯਤਨ ਕਰੋ। ਐਸੇ ਢਹਿੰਦੀਆਂ ਕਲਾਂ ਵਾਲੇ ਵਿਚਾਰਾਂ ਵਿੱਚ ਨਾ ਪਵੋ, ਜਾਓ ਆਪੋ ਆਪਣੇ ਮੋਰਚਿਆਂ ਵਿੱਚ। ਸਤਿਗੁਰੂ ਜੀ ਇਹ ਨਹੀਂ ਹੋ ਸਕਦਾ। ਆਪ ਦਾ ਬਚਨ ਹੈ ਕਿ ਸੰਗਤ ਗੁਰੂ ਨਾਲੋਂ ਵੱਡੀ ਹੈ। ਤੁਸਾਂ ਖਾਲਸੇ ਨੂੰ ਬਹੁਤ ਵਾਰ ਦਿੱਤੇ ਹਨ। 5 ਤੇ 5 ਤੋਂ ਵੱਧ ਸਿੰਘ ਸੰਗਤ ਜਾਂ ਪੰਥ ਖਾਲਸਾ ਦਾ ਰੂਪ ਬਣ ਜਾਂਦੇ ਹਨ। ਇਸ ਵਾਸਤੇ ਅਸੀਂ ਪੰਥ ਦੇ ਰੂਪ ਵਿੱਚ ਵੀ ਆਗਿਆ ਕਰਦੇ ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਇਸ ਗੜੀ ਵਿੱਚੋਂ ਨਿਕਲ ਜਾਣ, ਕਿਉਂਕਿ ਜੇ ਗੁਰੂ ਜੀ ਅਮਰ ਰਹਿਣਗੇ ਤਾਂ ਜ਼ਰੂਰ ਹੋਰ ਸਿੰਘਾਂ ਦੀ ਸਾਜਨਾ ਕਰਕੇ ਪੰਥ ਨੂੰ ਵਧਾਉਣ ਵਿੱਚ ਸਹਾਈ ਹੋਣਗੇ। ਆਪ ਨੂੰ ਜਾਣਾ ਪਵੇਗਾ। ਨੀਤੀ ਤੋਂ ਕੰਮ ਲੈਣਾ ਮਾੜੀ ਗੱਲ ਨਹੀਂ, ਨਾ ਕਾਇਰਤਾ ਹੈ। ਭਾਈ ਸੰਤ ਸਿੰਘ ਜੀ ਦੇ ਐਸੇ ਬਚਨਾਂ ਨੂੰ ਸੁਣ ਕੇ ਸਾਹਿਬ ਮੁਸਕਰਾ ਪਏ। ਨਿਰਾਲੀ ਹੀ ਮੁਸਕਰਾਹਟ ਵਿੱਚ ਗੁਰੂ ਜੀ ਨੇ ਬਚਨ ਕੀਤੇ, ਅਸੀਂ ਐਸੇ ਹੀ ਵਿਚਾਰ ਸੁਣਨਾ ਚਾਹੁੰਦੇ ਸਾਂ। ਚਿੱਤ ਤਾਂ ਨਹੀਂ ਕਰਦਾ ਕਿ ਤੁਸਾਂ ਦਾ ਸਾਥ ਛੱਡ ਕੇ ਜਾਈਏ, ਪਰ ਭਾਣਾ ਅਕਾਲ ਪੁਰਖ ਦਾ ਪੰਥ ਗੁਰੂ ਹੈ ਤੇ ਗੁਰੂ ਪੰਥ ਹੈ। ਅਸੀਂ ਅੱਜ ਗੁਰਿਆਈ ਪੰਥ ਨੂੰ ਬਖਸ਼ਦੇ ਹਾਂ। ਅੱਗੇ ਤੋਂ ਇੱਕ ਪੁਰਖ ਹੀ ਗੁਰੂ ਨਹੀਂ ਹੋਵੇਗਾ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤ ਹੀ ਪੰਥ ਹੈ ਤੇ ਸੰਗਤ ਹੀ ਪੰਜਾਂ ਵਿੱਚ ਹੈ। ਹਰ ਕਾਰਜ 5 ਪਿਆਰਿਆਂ ਦੇ ਗੁਰਮਤੇ ਨਾਲ ਕਰਨਾ ਹੋਵੇਗਾ। ਪੰਜਾਂ ਵਿੱਚ ਪਰਮੇਸ਼ਰ ਤੇ ਸਤਿਗੁਰੂ ਨਾਨਕ ਦੇਵ ਜੀ ਦੀ ਸ਼ਕਤੀ ਦਾ ਵਾਸਾ ਹੋਵੇਗਾ। ਪਰਚਾ ਗ੍ਰੰਥ ਦਾ, ਦੀਦਾਰ ਖਾਲਸੇ ਦਾ ਤੇ ਪੂਜਾ ਅਕਾਲ ਦੀ, ਬਸ ਇਹੋ ਇਸ਼ਟ ਹੈ। ਸੇਵਾ, ਧਰਮਕ੍ਰਿਤ ਤੇ ਪਿਆਰ ਇਹ ਉਪਾਸਨਾ ਹੈ। ਜਦੋਂ ਤੱਕ ਖਾਲਸਾ ਪੰਥ ਇਉਂ ਧਾਰਮਿਕ ਜੀਵਨ ਬਤੀਤ ਕਰੇਗਾ, ਉਨਾ ਚਿਰ ਉਹ ਚੜ੍ਹਦੀਆਂ ਕਲਾਂ ਵਿੱਚ ਰਹੇਗਾ। ਅਸੀਂ ਪੰਥ ਦੇ ਹੁਕਮ ਨੂੰ ਨਮਸਕਾਰ ਕਰਦੇ ਹੋਏ ਅੱਜ ਇਸ ਸ਼ਹੀਦਾਂ ਦੀ ਗੜੀ ਨੂੰ ਤਿਆਗਦੇ ਹਾਂ। ਨਾਲ ਹੀ ਅੱਜ ਤੋਂ ਗੁਰੂ ਪਦਵੀ ਵੀ ਖਾਲਸੇ ਨੂੰ ਦੇ ਜਾਂਦੇ ਹਾਂ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਨਹੀਂ ਮਹਾਰਾਜ, ਗੁਰਿਆਈ ਅਜੇ ਆਪਣੇ ਕੋਲ ਹੀ ਰੱਖੋ, ਆਪ ਹੀ ਗੁਰੂ ਰਹੋ। ਖਾਲਸਾ ਫੇਰ ਵੀ ਆਪ ਦਾ ਸੇਵਕ ਤੇ ਸਪੁੱਤਰ ਹੈ, ਸੇਵਾ ਕਰੀ ਜਾਵੇਗਾ। ਆਪ ਇੱਥੋਂ ਜਾਓ, ਅਕਾਲ ਪੁਰਖ ਸਹਾਇਤਾ ਕਰੇ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਦਇਆ ਸਿੰਘ ਜੀ, ਜੋ ਭਾਣਾ ਵਰਤ ਰਿਹਾ ਹੈ ਸਭ ਅਕਾਲ ਪੁਰਖ ਦੀ ਇੱਛਾ ਨਾਲ ਹੀ ਵਰਤ ਰਿਹਾ ਹੈ। ਹੁਣ ਕੁਝ ਸਮਾਂ ਤੀਰਾਂ ਦੀ ਵਰਖਾ ਕਰੋ ਤਾਂ ਕਿ ਦੁਸ਼ਮਣ ਦੂਰ ਹਟ ਜਾਵੇ ਤੇ ਮੁੜ ਬਾਕੀ ਵਿਚਾਰਾਂ ਕੀਤੀਆਂ ਜਾਣਗੀਆਂ। ਸਤਿਗੁਰੂ ਨੇ ਪੰਥ ਦਾ ਹੁਕਮ ਮੰਨਿਆ ਤੇ ਪੰਥ ਨੇ ਗੁਰੂ ਜੀ ਦਾ। ਕੁਝ ਚਿਰ ਤੀਰਾਂ ਤੇ ਗੋਲੀ ਦੀ ਵਰਖਾ ਹੁੰਦੀ ਰਹੀ। ਜਦੋਂ ਦੇਖਿਆ ਕਿ ਦੁਸ਼ਮਣ ਦੂਰ ਹਟ ਗਿਆ ਹੈ, ਤਦੋਂ ਸਤਿਗੁਰੂ ਮੋਰਚੇ ਵਿੱਚੋਂ ਉੱਠੇ। ਇੱਕ ਵਾਰ 4 ਚੁਫੇਰੇ ਤੇ ਅਸਮਾਨ ਵੱਲ ਹਨੇਰੇ ਵਿੱਚ ਹੀ ਤੱਕਿਆ। ਉਹ ਤੱਕਣੀ ਦੇ ਭੇਤ ਦਾ ਕਿਸੇ ਨੂੰ ਪਤਾ ਨਹੀਂ ਸੀ। ਉਸ ਦੇ ਪਿੱਛੋਂ ਸਾਹਿਬਾਂ ਨੇ ਸੀਸ ਤੋਂ ਕਲਗੀ ਉਤਾਰੀ ਤੇ ਸੁਨਹਿਰੀ ਚੋਗਾ ਉਤਾਰਿਆ। ਫਿਰ ਸਤਿਗੁਰੂ ਜੀ ਨੇ ਆਪਣੇ ਮੁਹਾਂਦਰੇ ਨਾਲ ਮਿਲਦੇ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਕਲਗੀ ਸਜਾਈ ਅਤੇ ਆਪਣੀ ਪੋਸ਼ਾਕ ਪਹਿਨਾ ਦਿੱਤੀ। ਸਤਿਗੁਰੂ ਜੀ ਨੇ ਆਪਣੇ ਬਚੇ ਹੋਏ ਤੀਰ ਵੀ ਉਹਨਾਂ ਨੂੰ ਦੇ ਦਿੱਤੇ, ਕਿਉਂਕਿ ਉਹਨਾਂ ਦਾ ਹੂਲੀਆ ਤੇ ਕੱਦ ਸਤਿਗੁਰੂ ਜੀ ਦੇ ਹੂਲੀਏ ਤੇ ਕੱਦ ਨਾਲ ਮਿਲਦਾ ਜੁਲਦਾ ਸੀ। ਉਸ ਪਿੱਛੋਂ 5 ਪਿਆਰਿਆਂ ਨੂੰ ਬਿਠਾ ਕੇ ਸਾਹਿਬਾਂ ਨੇ ਆਪ ਪ੍ਰਕਰਮਾਂ ਲਈਆਂ ਤੇ ਗੁਰਿਆਈ ਪੰਥ ਨੂੰ ਬਖਸ਼ ਕੇ ਗੁਰੂ ਪੰਥ ਦਾ ਵਰ ਦੇ ਦਿੱਤਾ। ਪੰਥ ਨੂੰ ਗੁਰਿਆਈ ਬਖਸ਼ਣ ਉਪਰੰਤ ਸਤਿਗੁਰੂ ਜੀ ਨੇ ਸਿੰਘਾਂ ਨੂੰ ਕਿਹਾ, ਅਸੀਂ ਚੁੱਪ ਚਪੀਤੇ ਕਾਇਰਾਂ ਵਾਂਗ ਇਸ ਗੜੀ ਨੂੰ ਛੱਡ ਕੇ ਨਹੀਂ ਜਾਵਾਂਗੇ। ਅਸੀਂ ਤਾੜੀ ਮਾਰ ਕੇ ਤੇ ਦੁਸ਼ਮਣ ਨੂੰ ਲਲਕਾਰ ਕੇ ਹੀ ਇੱਥੋਂ ਜਾਵਾਂਗੇ। ਜਦੋਂ ਅਸੀਂ ਤਾੜੀ ਮਾਰ ਕੇ ਕਹਾਂਗੇ, ਪੀਰੇ ਹਿੰਦ ਮੇ ਰਵਦ,
ਭਾਵ ਕਿ ਹਿੰਦ ਦਾ ਪੀਰ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਤਾਂ ਤੁਸੀਂ ਧੌਂਸੇ ਨਗਾਰੇ ਵਜਾ ਕੇ ਉੱਚੀ ਉੱਚੀ ਸਤਿ ਸ਼੍ਰੀ ਅਕਾਲ ਦੇ ਜਕਾਰੇ ਬੁਲਾ ਕੇ ਆਕਾਸ਼ ਗੁੰਜਾ ਦੇਣਾ ਤੇ ਬਾਹਰ ਦੁਸ਼ਮਣਾਂ ਉੱਪਰ ਤੀਰਾਂ ਦੀ ਵਰਖਾ ਸ਼ੁਰੂ ਕਰ ਦੇਣੀ। ਸਿਰਫ 3 ਸਿੰਘ ਅਸਾਂ ਨਾਲ ਚੱਲਣ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ। ਇਹ ਸਾਰੇ ਬਿਉਂਤ ਸਿੰਘਾਂ ਨੂੰ ਸਮਝਾ ਕੇ ਕਲਗੀਧਰ ਜੀ ਨੇ ਗੜੀ ਵਿਚਲੇ ਸਿੰਘਾਂ ਨੂੰ ਬਾਰੋ-ਬਾਰੀ ਘੁੱਟ-ਘੁੱਟ ਕੇ ਹਿੱਕ ਨਾਲ ਲਾਇਆ, ਮੱਥੇ ਚੁੰਮੇ। ਆਪਣੇ ਮਹਾਂਦਰੇ ਨਾਲ ਮਿਲਦੇ ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਨੂੰ ਕਲਗੀ ਜਿਗਾ ਲਗਾ ਕੇ ਆਪਣੀ ਪੁਸ਼ਾਕ ਪਹਿਨਾਈ ਸੀ, ਨੂੰ ਉੱਚੀ ਟਾਰੀ ਤੇ ਆਪਣੀ ਜਗ੍ਹਾ ਬਿਠਾ ਦਿੱਤਾ। ਪਾਤਸ਼ਾਹ ਨੇ ਅੱਧੀ ਰਾਤ ਨੂੰ ਬੁਰਜ ਉੱਪਰ ਖਲੋ ਕੇ ਆਪਣਾ ਨਰਸਿੰਘਾ ਵਜਾਇਆ ਤੇ ਗੜੀ ਚੋਂ ਆਪਣੇ 3 ਸਾਥੀਆਂ ਸਮੇਤ ਬਾਹਰ ਨਿਕਲੇ, ਜਿੱਥੇ ਅੱਜਕੱਲ ਗੁਰਦੁਆਰਾ ਤਾੜੀ ਸਾਹਿਬ ਹੈ। ਉਸ ਜਗ੍ਹਾ ਤੇ ਖਲੋ ਕੇ ਕਲਗੀਧਰ ਜੀ ਨੇ ਦੋਵਾਂ ਹੱਥਾਂ ਨਾਲ ਉੱਚੀ ਉੱਚੀ 3 ਵਾਰ ਤਾੜੀ ਮਾਰੀ ਤੇ ਗਰਜਵੀਂ ਆਵਾਜ਼ ਵਿੱਚ ਲਲਕਾਰਾ ਮਾਰ ਕੇ 3 ਵਾਰੀ ਕਿਹਾ, ਪੀਰੇ ਹਿੰਦ ਮੇ ਰਵਦ, ਪੀਰੇ ਹਿੰਦ ਮੇ ਰਵਦ, ਪੀਰੇ ਹਿੰਦ ਮੇ ਰਵਦ। ਉਧਰੋਂ ਗੜੀ ਵਿੱਚੋਂ ਧੌਂਸਿਆਂ ਉੱਪਰ ਸਿੰਘਾਂ ਨੇ ਚੋਟਾਂ ਮਾਰੀਆਂ, ਨਰਸਿੰਘਾ ਵਜਾ ਦਿੱਤਾ। ਜਿੰਨੇ ਸਿੰਘ ਗੜੀ ਵਿੱਚ ਬਚੇ ਸਨ ਉਹ ਉੱਚੀ ਸੁਰ ਵਿੱਚ ਜੈਕਾਰੇ ਛੱਡਦੇ ਤੇ ਨਾਲ-ਨਾਲ ਤੀਰਾਂ ਦੀ ਵਿਛਾੜ ਕਰਦੇ। ਇਸ ਤਰ੍ਹਾਂ ਸਾਰੇ ਤੁਰਕ ਲਸ਼ਕਰ ਵਿੱਚ ਭਗਦੜ ਮਚ ਗਈ ਤੇ ਸੈਨਾ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਸਿੰਘ ਆ ਪਏ, ਸਿੰਘ ਆ ਪਏ। ਉੱਪਰੋਂ ਬੱਦਲਵਾਈ ਸੀ, ਘੁੱਪ ਹਨੇਰੇ ਵਿੱਚ ਤੁਰਕ ਸੈਨਾ ਆਪਸੀ ਕੱਟ-ਵੱਢ ਕਰਕੇ ਮਰਨ ਲੱਗੀ। ਉਧਰ ਕਲਗੀਧਰ ਜੀ ਦਾ ਜਿਸ ਨੇ ਵੀ ਰਾਹ ਰੋਕਿਆ, ਆਪ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਤਿਗੁਰੂ ਜੀ ਦੱਖਣ ਦਿਸ਼ਾ ਵੱਲ ਨਿਰਭੈਤਾ ਨਾਲ ਵਧੀ ਗਏ। ਕਈਆਂ ਮੁਸਲਮਾਨਾਂ ਨੇ ਆਪਣੇ ਸਾਥੀਆਂ ਨੂੰ ਸਿੱਖ ਸਮਝ ਕੇ ਮਾਰ ਦਿੱਤਾ। ਅਕਾਲ ਪੁਰਖ ਨੇ ਐਸਾ ਭਾਣਾ ਵਰਤਾਇਆ ਕਿ ਤੁਰਕਾਂ ਦੀ ਮੱਤ ਮਾਰੀ ਗਈ। ਉਹ ਪਾਗਲਾਂ ਵਾਂਗ ਆਪੋ ਵਿੱਚ ਹੀ ਲੜਨ ਲੱਗ ਪਏ। ਸਤਿਗੁਰੂ ਜੀ ਦੁਸ਼ਮਣਾਂ ਦੀਆਂ ਸਫਾਂ ਚੀਰਦੇ ਹੋਏ ਮੈਦਾਨੇ ਜੰਗ ਤੋਂ ਬਾਹਰ ਹੋ ਗਏ। ਦੂਸਰੇ ਪਾਸੇ ਮੁਸਲਮਾਨਾਂ ਦਾ ਇੱਕ ਟੋਲਾ ਚਮਕੌਰ ਦੀ ਗੜੀ ਵੱਲ ਵਧਿਆ ਅਤੇ ਮਸ਼ਾਲਾਂ ਬਾਲ ਕੇ ਮੱਲੋ ਮੱਲੀ ਗੜੀ ਤੇ ਚੜ੍ਹ ਗਿਆ। ਦੁਸ਼ਮਣਾਂ ਦਾ ਖਿਆਲ ਸੀ ਕਿ ਹਿੰਦ ਦਾ ਪੀਰ ਗੜੀ ਵਿੱਚ ਹੀ ਹੋਵੇਗਾ, ਪਰ ਉੱਥੇ ਸਿਰਫ 5 ਸਿੰਘ ਸਨ। ਤੁਰਕਾਂ ਨੇ ਭਾਈ ਸੰਗਤ ਸਿੰਘ ਜੀ ਨੂੰ ਗੁਰੂ ਸਮਝ ਕੇ ਉਹਨਾਂ ਦਾ ਸਿਰ ਕੱਟ ਲਿਆ ਤੇ ਬਾਕੀ ਦੇ ਸਿੰਘ ਸ਼ਹੀਦ ਹੋ ਗਏ। ਤੁਰਕ ਭਾਈ ਸੰਗਤ ਸਿੰਘ ਜੀ ਦਾ ਸੀਸ ਲੈ ਕੇ ਜ਼ਬਰਦਸਤ ਖਾਂ ਕੋਲ ਗਏ ਤੇ ਖੁਸ਼ੀ ਦੇ ਨਾਅਰੇ ਲਾਏ ਕਿ ਹਿੰਦ ਦੇ ਪੀਰ ਦਾ ਸੀਸ ਉਹਨਾਂ ਦੇ ਕਬਜ਼ੇ ਵਿੱਚ ਆ ਗਿਆ ਹੈ, ਇਸ ਲਈ ਉਹ ਬਾਦਸ਼ਾਹ ਪਾਸੋਂ ਇਨਾਮ ਪ੍ਰਾਪਤ ਕਰਨਗੇ। ਪਰ ਜਦੋਂ ਸਵੇਰੇ ਸਰਹੰਦ ਦੇ ਨਵਾਬ ਵਜ਼ੀਰ ਖਾਂ ਨੇ ਉਸ ਸੀਸ ਨੂੰ ਦੇਖਿਆ ਤਾਂ ਸਾਰੇ ਤੁਰਕਾਂ ਨੂੰ ਨਿਰਾਸ਼ਾ ਹੋਈ, ਕਿਉਂਕਿ ਉਸਨੇ ਕਿਹਾ ਕਿ ਇਹ ਸਿਰ ਹਿੰਦ ਦੇ ਪੀਰ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ। ਰਾਤ ਦੇ ਹਨੇਰੇ ਵਿੱਚ ਹਿੰਦ ਦਾ ਪੀਰ ਆਪਣੀ ਚਲਾਕੀ ਨਾਲ ਮੈਦਾਨੇ ਜੰਗ ਵਿੱਚੋਂ ਨਿਕਲ ਗਿਆ ਹੈ, ਇਸ ਵਾਸਤੇ ਚਾਰੇ ਪਾਸੇ ਫੌਜਾਂ ਭੇਜ ਕੇ ਪਿੱਛਾ ਕਰੋ। ਸੋ ਇਸ ਤਰ੍ਹਾਂ ਗੁਰੂ ਸਾਹਿਬ ਤਾੜੀ ਮਾਰ ਕੇ ਤੇ ਦੁਸ਼ਮਣ ਨੂੰ ਸੁਚੇਤ ਕਰਦੇ ਹੋਏ ਚਮਕੌਰ ਦੀ ਗੜੀ ਨੂੰ ਛੱਡ ਗਏ ਤੇ ਅਕਾਲ ਪੁਰਖ ਦੇ ਭਾਣੇ ਨੂੰ ਮੰਨਦੇ ਹੋਏ ਅੱਗੇ ਵਧਦੇ ਗਏ। ਸਿੱਖ ਇਤਿਹਾਸ ਦੀ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।